ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਟ੍ਰਿਬਿਊਨ ਦੇ ਫੇਸਬੁੱਕ ਲਾਈਵ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਅੰਮ੍ਰਿਤ ਲੈ ਕੇ ਆਇਆ ਹਾਂ ਪ੍ਰੋਗਰਾਮ ਵੇਲੇ ਦੀ ਗੱਲ, ਅਤੇ ਮੇਰੇ ਨਾਲ ਇਸ ਪ੍ਰੋਗਰਾਮ 'ਚ ਮੈਂ ਸਵਾਗਤ ਕਰਦਾ ਹਾਂ ਚਰਨਜੀਤ ਭੁੱਲਰ ਜੀ ਦਾ। ਬੜੀ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਗੱਲ ਕਰਾਂਗੇ ਕਿਸਾਨੀ ਸੰਘਰਸ਼ ਦੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਕੇਂਦਰ ਨੇ ਖੇਤੀ ਆਰਡੀਨੈਂਸ ਲਿਆਂਦੇ ਨੇ ਜਿਨ੍ਹਾਂ ਦਾ ਸਿੱਧਾ ਅਸਰ ਕਿਸਾਨਾਂ ਦੀਆਂ ਫਸਲਾਂ ਦੇ ਸਮਰਥਨ ਮੁੱਲ 'ਤੇ ਪਏਗਾ। ਹਾਲਾਂਕਿ ਕੇਂਦਰ ਇਹ ਭਰੋਸਾ ਦੇ ਰਿਹਾ ਕਿ ਸਮਰਥਨ ਮੁੱਲ 'ਤੇ ਅਸਰ ਨਹੀਂ ਪਏਗਾ, ਪਰ ਕਿਸਾਨ ਜਥੇਬੰਦੀਆਂ ਇਹ ਗੱਲ ਮੰਨਣ ਤੋਂ ਇਨਕਾਰੀ ਹਨ। ਇਸੇ ਮੁੱਦੇ 'ਤੇ ਉਹਨਾਂ ਨੇ ਸੰਘਰਸ਼ ਵਿੱਢਿਆ ਹੋਇਆ ਹੈ। ਕੱਲ੍ਹ ਨੂੰ ਵੱਡੇ ਪੱਧਰ 'ਤੇ ਧਰਨੇ ਮੁਜ਼ਾਹਰੇ, ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਅਤੇ ਇਹਦੇ ਬਾਰੇ ਚਰਨਜੀਤ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਕਿ ਇਸ ਵੇਲੇ ਸੰਘਰਸ਼ ਦੀ ਸਥਿਤੀ ਕੀ ਹੈ। ਅਮਰ ਜੀ, ਪੰਜਾਬ ਦੇ ਵਿੱਚ ਤਕਰੀਬਨ 13-14 ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇੱਕ ਵੱਜਵੇਂ ਰੂਪ ਦੇ ਵਿੱਚ ਅਤੇ ਕੁਝ ਮਤਲਬ ਇੰਡੀਵਿਜੂਅਲੀ ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਲੈ ਕੇ ਕਈ ਦਿਨਾਂ ਤੋਂ ਮੈਦਾਨ 'ਚ ਨੇ। ਪਿੰਡਾਂ ਦੀਆਂ ਸੱਥਾਂ ਦੇ ਵਿੱਚ, ਪਿੰਡਾਂ ਦੀਆਂ ਗਲੀਆਂ ਦੇ ਵਿੱਚ ਕਿਸਾਨਾਂ ਵੱਲੋਂ ਜਿਹੜੇ ਹੈਗੇ ਨੇ ਧਰਨੇ ਮੁਜ਼ਾਹਰੇ ਜਾਂ ਕਿ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਨੇ। ਔਰ ਕੱਲ੍ਹ ਨੂੰ ਇਹ ਜਿਹੜਾ ਇਹਦਾ ਸੱਦਾ ਦਿੱਤਾ ਗਿਆ ਕਿ ਸੰਘਰਸ਼ ਦਾ ਜਿਹੜਾ ਇੱਕ ਸਿਖਰ ਹੋਏਗਾ ਕਿ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਟਰੈਕਟਰਾਂ ਨੂੰ ਲੈ ਕੇ ਨਾਲ ਸੜਕਾਂ 'ਤੇ ਉਤਰਨ। ਅੰਮ੍ਰਿਤ, ਮੈਂ ਤੁਹਾਡੇ ਨਾਲ ਇਸ ਸੰਘਰਸ਼ ਦਾ ਵਿੱਚੋਂ ਕੀ ਕਿਸਾਨ ਖੱਟਣਗੇ ਜਾਂ ਕੇਂਦਰ ਇਸ ਸੰਘਰਸ਼ ਦੇ ਨਾਲ ਕਿੰਨਾ ਕੁ ਹਿੱਲੇਗਾ, ਇਹ ਤੋਂ ਇਲਾਵਾ ਜਿਹੜਾ ਸੰਘਰਸ਼ ਦਾ ਮੁਹਾਂਦਰਾ ਹੈਗਾ, ਤਸਵੀਰ ਹੈ, ਉਹਦੇ ਬਾਰੇ ਵੀ ਮੈਂ ਗੱਲ ਕਰਨਾ ਚਾਹਾਂਗਾ। ਨੋ ਡਾਊਟ ਕਿ ਸਾਰੇ ਕਿਸਾਨਾਂ ਤੱਕ ਇਹ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹੁੰਚਦੀ ਹੋਈ ਹੈ ਕਿ ਜਿਹੜੇ ਖੇਤੀ ਆਰਡੀਨੈਂਸ ਹੈ ਉਹ ਕਿਸਾਨਾਂ ਲਈ ਅਤੇ ਖਾਸ ਕਰਕੇ ਖੇਤਾਂ ਲਈ ਇਹ ਉਹਨਾਂ 'ਤੇ ਭਾਰੂ ਪੈਣਗੇ। ਸੰਤੋਖ ਸਿੰਘ ਧੀਰ ਦੀ ਇੱਕ ਕਹਾਣੀ ਹੈਗੀ ਆ, ਕਾਫਲਾ ਜੀ। ਤਾਂ ਉਹ ਕਾਫਲੇ ਦੇ ਵਿੱਚ ਅੰਮ੍ਰਿਤ ਕਹਿੰਦੇ ਨੇ ਕਿ ਜਦੋਂ ਕਿਸਾਨ ਆਗੂ ਇੱਕ ਜਗ੍ਹਾ ਇਕੱਠੇ ਹੁੰਦੇ ਨੇ ਕਿਸੇ ਇਸ਼ੂ ਨੂੰ ਲੈ ਕੇ, ਤਾਂ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ DC ਦਫ਼ਤਰ ਜਾਂਦੇ ਨੇ। ਤਾਂ ਉਹ ਨਾਅਰੇ ਮਾਰਦੇ, ਬੜੇ ਜੋਸ਼ 'ਚ ਆਗੂ ਅੱਗੇ ਲੱਗੇ ਨੇ, ਝੰਡੇ ਫੜੇ ਨੇ, ਮੁੱਕੇ ਤਣੇ ਨੇ, ਪਹੁੰਚਦੇ ਨੇ DC ਦਫ਼ਤਰ। ਅੱਗੇ ਜਾ ਕੇ ਜਦੋਂ ਥੜੇ 'ਤੇ ਚੜ੍ਹ ਕੇ ਲੋਕਾਂ ਵੱਲ ਮੂੰਹ ਕਰਦੇ ਨੇ ਤਾਂ ਪੰਡਾਲ ਦੇ ਵਿੱਚ ਸਿਰਫ 3-4 ਬੰਦੇ ਹੁੰਦੇ ਨੇ। ਤਾਂ ਉਹਦਾ ਰਿਜ਼ਲਟ ਲਿਖਣ ਦਾ ਮਕਸਦ ਜਾਂ ਕਹਿ ਲਈਏ ਇਹੋ ਸੀ, ਜਾਂ ਸਿੱਟਾ ਇਹੀ ਸੀ ਕਿ ਸਾਡੇ ਆਗੂਆਂ ਨੂੰ ਅੱਗੇ ਤਾਂ ਲੱਗੇ ਹੋਏ ਨੇ, ਤੁਰੇ ਹੋਏ ਨੇ, ਜੋਸ਼ ਵੀ ਹੈਗਾ, ਤਾਂ ਪਰ ਕਾਫਲੇ ਦੇ ਵਿੱਚ ਜਿਹੜੇ ਪਿੱਛੇ ਲੱਗਣ ਵਾਲੇ ਹੈ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪਏਗਾ ਪੈਰਲਲ ਸਾਨੂੰ। ਕਿਉਂਕਿ ਜਿੰਨਾ ਚਿਰ ਆਵਾਮ ਨਹੀਂ ਪੂਰਾ ਉੱਠੇਗਾ, ਪੂਰੇ ਲੋਕ ਨਹੀਂ ਉੱਠਣਗੇ, ਉਨਾ ਚਿਰ ਸਾਡੀ ਅਗਵਾਈ ਵੀ ਕਿਸੇ ਕੰਮ ਦੀ ਨਹੀਂ। ਕਿਉਂਕਿ ਸਾਡੀ ਅਸਲ ਤਾਕਤ ਹੈ ਉਹ ਲੋਕ ਹੈ, ਸਾਡੇ ਕਿਸਾਨ ਹੈ, ਸਾਡੇ ਮਜ਼ਦੂਰ ਹੈ, ਖਾਸ ਕਰਕੇ ਇਸ ਲੜਾਈ ਦੇ ਵਿੱਚ। ਤਾਂ ਇਹ ਲੜਾਈ ਦੇ ਵਿੱਚ ਇਸ ਕਿਸਮ ਦਾ ਸਾਡਾ ਹਜੇ ਸੰਘਰਸ਼ ਨਹੀਂ ਬਣਿਆ ਕਿ ਫੌਰੀ ਕੇਂਦਰ ਇਸ ਦਾ ਨੋਟਿਸ ਲਵੇ ਅਤੇ ਆਰਡੀਨੈਂਸਾਂ ਨੂੰ ਉਹ ਵਾਪਸ ਲੈਣ ਬਾਰੇ ਕੋਈ ਗੱਲਬਾਤ ਚਲਾਵੇ। ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਜਿੰਨਾ ਕੁ ਪ੍ਰੈਸ਼ਰ ਬਣਿਆ ਹੈਗਾ, ਤਾਂ ਕੇਂਦਰ ਟਸ ਤੋਂ ਮਸ ਨਹੀਂ ਹੋਇਆ ਕਿਸੇ ਰੂਪ ਦੇ ਵਿੱਚ। ਆਪਾਂ ਦੇਖੇ ਕਿਤੇ ਵੀ ਟਸ ਤੋਂ ਮਸ ਨਹੀਂ ਹੋਇਆ ਕਿ ਅਸੀਂ ਨੂੰ ਮਤਲਬ ਰਿਵਿਊ ਕਰ ਲਾਂਗੇ, ਮਤਲਬ ਫੋਕਾ ਇੱਕ ਨਾਰਾ ਵੀ ਨਹੀਂ ਮਾਰਿਆ ਹੈਗਾ। ਸਿਆਸੀ ਪਾਰਟੀਆਂ ਚਾਹੇ ਕੁਛ ਮਰਜ਼ੀ ਕਹੇ ਜਾਣ, ਕੇਂਦਰ ਇਸ ਵੇਲੇ ਮੂਡ 'ਚ ਨਹੀਂ ਹੈਗਾ। ਉਹਨਾਂ ਨੂੰ ਲੱਗਦਾ ਕਿ ਇਸ ਤੋਂ ਵਧੀਆ ਦਾਅ ਸਾਡਾ ਲੱਗ ਨਹੀਂ ਸਕਦਾ। ਕਰੋਨਾ ਕਾਲ ਦਾ ਟਾਈਮ ਚੱਲ ਰਿਹਾ ਹੈਗਾ ਅਤੇ ਅਸੀਂ ਇਸ ਨੂੰ ਇਸ ਦੇ ਵਿੱਚ ਹੀ ਲਾਗੂ ਕਰ ਸਕਦੇ ਹਾਂ। ਤਾਂ ਪੰਜਾਬ ਦਾ ਸੰਘਰਸ਼ ਏਡਾ ਤਿੱਖਾ ਵੀ ਨਹੀਂ ਹੈ। ਵੈਸੇ ਤਾਂ ਪੰਜਾਬੀ ਪਿਛਲੇ ਕਾਫੀ ਟਾਈਮ ਤੋਂ ਇੱਕ ਤਰ੍ਹਾਂ ਸੁੰਨ ਹੋਏ ਹੋਏ ਨੇ, ਜਾਗੋ ਮਿੱਟੀ 'ਚ ਹੈ, ਪੂਰੀ ਤਰ੍ਹਾਂ ਜਾਗੇ ਨਹੀਂ। ਅਤੇ 90% ਕਿਸਾਨਾਂ ਨੂੰ ਅੱਜ ਇਹਦੇ ਬਾਰੇ ਬਹੁਤਾ ਗਿਆਨ ਨਹੀਂ ਹੈਗਾ। ਅਤੇ ਇੱਕ ਪੰਜਾਬੀਆਂ ਦਾ ਸਾਡੇ ਇੱਕ ਸੁਭਾਅ ਇਸ ਕਿਸਮ ਦਾ ਬਣ ਗਿਆ, ਖਾਸ ਕਰਕੇ ਕਿ ਜਦੋਂ ਸਾਡੇ ਸਿਰ 'ਤੇ ਆ ਪੈਂਦੀ ਹੈ ਅਸੀਂ ਉਦੋਂ ਜਾਗਦੇ ਹਾਂ। ਜਿਵੇਂ ਮਿਸਾਲ ਦੇ ਤੌਰ 'ਤੇ ਪੰਜਾਬ ਦੇ ਵਿੱਚ ਅਵਾਰਾ ਪਸ਼ੂਆਂ ਦਾ ਵੱਡਾ ਮਸਲਾ, ਸਾਡੇ ਦਰਸ਼ਕ ਤਾਂ ਨਿੱਤ ਦੇਖਦੇ ਨੇ, ਝੱਲਦੇ ਨੇ, ਆਪਾਂ ਵੀ ਅਖਬਾਰਾਂ 'ਚ ਖਬਰਾਂ ਲਾਉਣੇ ਪੜ੍ਹਦੇ ਹਾਂ ਕਿ ਅਵਾਰਾ ਪਸ਼ੂ ਉਹਨਾਂ ਨੂੰ ਦੇਖਦੇ ਨੇ ਕਿ ਅਵਾਰਾ ਪਸ਼ੂ ਆਇਆ ਸਾਡੇ ਖੇਤ ਨੂੰ, ਸਾਡੇ ਸਾਹਮਣੇ ਅੱਖਾਂ ਦੇ ਚਰ ਗਿਆ ਸਾਡੀ ਫਸਲ ਨੂੰ। ਤਾਂ ਉਸ ਤੋਂ ਬਚਾਉਣ ਦੇ ਲਈ, ਫਸਲਾਂ ਨੂੰ ਬਚਾਉਣ ਦੇ ਲਈ ਉਹ ਠੰਡ ਦੀਆਂ ਜਿਹੜੀਆਂ ਰਾਤਾਂ ਨੇ, ਪੂਰੀ ਰਾਤ ਉਹ ਖੇਤਾਂ 'ਚ ਜਾਗਦੇ ਨੇ, ਕਿਉਂਕਿ ਉਹਨੂੰ ਦਿਖ ਰਿਹਾ ਹੁੰਦਾ ਕਿ ਸਾਡੇ ਖੇਤ ਚਰ ਗਿਆ। ਜਿਹੜਾ ਨਵਾਂ ਆਰਡੀਨੈਂਸ ਹੈ ਇਹਨਾਂ ਬਾਰੇ ਹਜੇ ਕਿਸਾਨਾਂ ਨੂੰ ਇੰਨਾ ਇਲਮ ਨਹੀਂ
ਕਿ ਜਿਹੜੇ ਇਹ ਅਵਾਰਾ ਪਸ਼ੂਆਂ ਵਾਂਗੂ ਸਾਡੇ ਖੇਤਾਂ ਨੂੰ ਜਦੋਂ ਚਰੂਗਾ ਉਦੋਂ ਕਿਸਾਨ ਜਾਗਣਗੇ। ਤੇ ਸਾਡੀ ਲੀਡਰਸ਼ਿਪ ਨੇ ਵੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿਸਾਨਾਂ ਦੀਆਂ ਵੱਖ-ਵੱਖ ਧਿਰਾਂ ਨੇ, ਉਹਨਾਂ ਦੇ ਆਗੂ ਨੇ, ਕਿ ਲੋਕਾਂ ਨੂੰ ਜਗਾਇਆ ਜਾਵੇ। ਪਰ ਹਜੇ ਪੂਰੇ ਤੌਰ ਤੇ ਸਮੁੱਚੀ ਕਿਸਾਨੀ ਨੂੰ ਜਿਹੜੀਆਂ ਸਾਡੀ ਲੀਡਰਸ਼ਿਪ ਹੈ, ਕਿਸਾਨਾਂ ਦੀਆਂ ਧਿਰਾਂ ਨੇ, ਉਹ ਨਾਲ ਲਾਉਣ 'ਚ ਕਾਮਯਾਬ ਨਹੀਂ ਹੋਈਆਂ। ਕਿਉਂਕਿ ਕੁਝ ਗੱਲਾਂ, ਕਿਉਂਕਿ ਸਮਾਂ ਇਸ ਕਿਸਮ ਦਾ ਚੱਲ ਰਿਹਾ ਹੈਗਾ। ਜਿਸ ਤਰ੍ਹਾਂ ਅੱਜ ਪੰਜਾਬੀ ਟ੍ਰਿਬਿਊਨ ਦੇ ਸਾਡੇ ਸੰਪਾਦਕ ਸਾਹਿਬ ਨੇ ਵੀ ਬੜਾ ਵਧੀਆ ਇੱਕ ਆਰਟੀਕਲ ਲਿਖਿਆ ਹੈਗਾ ਕਿ ਕਿਵੇਂ ਜਿਹੜੀਆਂ ਹਕੂਮਤਾਂ ਹੈ ਉਹ ਸਾਨੂੰ, ਸਾਡੀ ਮਾਨਸਿਕਤਾ ਨੂੰ, ਸਾਡੇ ਮਨੋਵਿਗਿਆਨਕ ਤੌਰ ਤੇ ਕਿਵੇਂ ਸਾਨੂੰ ਸੱਟ ਮਾਰਦੀਆਂ ਨੇ, ਉਹ ਵੀ ਬੜਾ ਪੜ੍ਹਨ ਵਾਲਾ ਹੈਗਾ। ਤਾਂ ਸਾਡੇ ਮਾਹੌਲ ਇਸ ਕਿਸਮ ਦਾ ਬਣਾ ਦਿੱਤਾ ਗਿਆ ਹੈਗਾ, ਖਾਸ ਕਰਕੇ ਕਰੋਨਾ ਕਾਲ ਦੇ ਵਿੱਚ। ਸੈਂਟਰ ਨੂੰ ਲੱਗਦਾ ਕਿ ਸਾਰੇ ਇਸ਼ੂ ਆ ਜਿਹੜੇ ਹੁਣ ਇਸ ਟਾਈਮ ਅਸੀਂ ਨਜਿੱਠ ਲਈਏ, ਪਰ ਸਾਨੂੰ ਇਹਦੇ ਸਾਰੇ ਵਿੱਚੋਂ ਇੱਕ ਅੰਮ੍ਰਿਤ ਮੈਨੂੰ ਪੋਜ਼ੀਟਿਵ ਗੱਲ ਇੱਕ ਇਹ ਲੱਗਦੀ ਹੈਗੀ ਹੈ ਕਿ ਜਿਹੜੀਆਂ ਸਟੇਟਾਂ 'ਚੋਂ ਹੁਣ ਤੱਕ ਕਿਸਾਨ ਅੰਦੋਲਨ ਉੱਠੇ ਨੇ, ਜਿਵੇਂ ਸਾਡਾ ਗੁਆਂਢੀ ਸੂਬਾ ਹਰਿਆਣਾ ਹੈ, ਰਾਜਸਥਾਨ ਹੈ, ਇੱਧਰ ਆਂਧਰਾ ਹੈ, ਆਂਧਰਾ ਤੋਂ ਇਲਾਵਾ ਮਹਾਰਾਸ਼ਟਰ ਹੈ, ਜਿੱਥੋਂ ਟਾਈਮ ਟੂ ਟਾਈਮ ਮੱਧ ਪ੍ਰਦੇਸ਼ ਹੈ, ਕਿਸਾਨ ਅੰਦੋਲਨ ਉੱਠਦੇ ਰਹੇ ਨੇ। ਤਾਂ ਹੁਣ ਇਸ ਟਾਈਮ ਜਦੋਂ ਖੇਤੀ ਆਰਡੀਨੈਂਸ ਆ ਰਹੇ ਨੇ, ਤਾਂ ਇਹਨਾਂ ਦੇ ਅਗੇਂਸਟ ਕੋਈ ਇਸ ਕਿਸਮ ਦੀ ਹਵਾ ਨਹੀਂ ਬਣੀ ਜਿੰਨੀ ਪੰਜਾਬ 'ਚ ਬਣੀ ਹੈ ਜੀ। ਇਸ ਐਂਗਲ ਤੋਂ ਤਾਂ ਸਾਨੂੰ ਥੋੜ੍ਹੀ ਜਿਹੀ ਆਸ ਵੱਝਦੀ ਹੈਗੀ ਹੈ ਕਿ ਠੀਕ ਹੈ, ਪਰ ਸਾਨੂੰ ਆਸ ਉਦੋਂ ਵੱਝੂ ਪੂਰੀ ਕਿ ਜਦੋਂ ਸਮੁੱਚੀ ਕਿਸਾਨੀ ਉੱਠ ਕੇ ਸੜਕਾਂ 'ਤੇ ਆਏਗੀ। ਅਜੇ ਕਿਸਾਨੀ ਪੂਰੀ ਤਰ੍ਹਾਂ ਸੜਕਾਂ ਦੇ ਵਿੱਚ ਨਹੀਂ ਆਈ। ਕਿਸਾਨ ਹੈ ਜਿਹੜੇ ਅਣਜਾਣ ਹੈ। ਪਰ ਇੱਕ ਲੈਵਲ 'ਤੇ ਅੰਮ੍ਰਿਤ ਇਹ ਵੀ ਹੈਗਾ ਕਿ ਜਿਵੇਂ ਹੁਣ ਮੀਡੀਅਮ ਸਾਡਾ ਹੈਗਾ, ਸਾਨੂੰ ਜਿੱਥੋਂ ਜਾਗਰੂਕਤਾ ਆਉਣੀ, ਚੇਤਨਤਾ ਆਉਣੀ ਹੈ। ਪੁਰਾਣੇ ਜ਼ਮਾਨੇ 'ਚ ਕਿਹੜੇ ਮੀਡੀਅਮ ਸੀ ਸਾਡੇ ਕੋਲ ਸਾਧਨ ਨਹੀਂ ਸੀ। ਤਾਂ ਉਦੋਂ ਪਿੰਡਾਂ ਦੇ ਵਿੱਚ ਸੁਣਦੇ ਹੁੰਦੇ ਸੀ, ਆਪ ਵੀ ਦੇਖਦੇ ਰਹੇ ਕਿ ਕਾਮਰੇਡਾਂ ਦੇ ਡਰਾਮੇ ਹੁੰਦੇ ਸੀਗੇ। ਤਾਂ ਇੱਕ ਬੜਾ ਵੱਡਾ ਜ਼ਰੀਆ ਸੀਗਾ ਲੋਕਾਂ ਨੂੰ ਜਗਾਉਣ ਦਾ। ਹੁਣ ਸਾਡੇ ਕੋਲ ਟੀਵੀ ਹੈ, ਟੀਵੀ 'ਤੇ ਮੋਸਟਲੀ ਜੋ ਚੱਲਦਾ ਹੈ ਉਹ ਅਸੀਂ ਦੇਖਦੇ ਹਾਂ। ਅਤੇ ਰਹਿੰਦੀ ਖੂੰਹਦੀ ਕਸਰ ਹੈ ਜਿਹੜੀ ਸਾਡੀ ਪ੍ਰਵਾਸ ਨੇ ਕੱਢਤੀ ਹੈ। ਜਿੰਨਾ ਪ੍ਰਵਾਸ ਨੇ ਪੰਜਾਬੀਆਂ ਨੂੰ ਸੁਸਤ ਬਣਾਇਆ, ਜਿੰਨਾ ਕੋਈ ਟਾਈਮ ਸੀ ਕਿ ਪੰਜਾਬੀ ਜਦੋਂ ਦੇਖਦੇ ਸੀ ਕਿ ਨਾ ਧੱਕਾ ਹੁੰਦਾ ਕਿਸੇ ਕਿਸਮ ਦਾ, ਉਹਨਾਂ ਮੇਰੇ ਪੱਬ ਉੱਠਦੇ ਸੀਗੇ, ਮਤਲਬ ਪੈਰਾਂ ਹੇਠ ਅੱਗ ਬਲਦੀ ਸੀ ਉਹਨਾਂ ਦੇ। ਲੱਗਦਾ ਸੀ ਕਿ ਵੀ ਐਂ ਕਿਵੇਂ ਕੋਈ ਕਰ ਜਾਏਗਾ, ਕਿਉਂਕਿ ਪੰਜਾਬ ਦਾ ਤਾਂ ਇਤਿਹਾਸ ਹੀ ਇੱਦਾਂ ਦਾ ਰਿਹਾ ਹੈ ਸਾਡਾ। ਤਾਂ ਹੁਣ ਜਦੋਂ ਸਟੱਡੀ ਵੀਜ਼ੇ ਵਾਲਾ ਆ ਗਿਆ, ਬਹੁਤਾ ਪੰਜਾਬ ਤਾਂ ਇਸ ਕਰਕੇ ਸੌਂ ਗਿਆ ਕਿ ਛੱਡੋ ਜੀ, ਆਪਾਂ ਕੀ ਲੈਣਾ ਸੰਘਰਸ਼ਾਂ ਤੋਂ, ਮੁੰਡਾ ਬਾਹਰ ਚਲਾ ਜਾਊਗਾ, ਪਿੱਛੇ ਆਪਾਂ ਚਲੇ ਜਾਵਾਂਗੇ, ਜਿਹੜੇ 2-4 ਏਕੜ ਜ਼ਮੀਨ ਕੇ ਆਪਦਾ ਇੱਥੋਂ ਸਮੇਟ ਕੇ ਕਾਰੋਬਾਰ ਵਿਦੇਸ਼ 'ਚ ਬੈਠ ਜਾਵਾਂਗੇ। ਪਰ ਇਹ ਵੀ ਇੱਕ ਬਹੁਤ ਵੱਡਾ ਭਰਮ ਹੈ। ਤਾਂ ਪੰਜਾਬੀਆਂ ਨੂੰ ਕਿਸੇ ਨਾ ਕਿਸੇ ਰੂਪ 'ਚ ਜਾਗਣਾ ਪੈਣਾ। ਸਾਨੂੰ ਅਸੀਂ ਜਾਗ ਕੇ ਹੀ ਫੇਰ ਹੀ ਕੋਈ ਪ੍ਰੈਸ਼ਰ ਬਿਲਡ ਕਰ ਸਕਦੇ ਹਾਂ ਸੈਂਟਰ 'ਤੇ। ਅਦਰਵਾਈਜ਼ ਜਿਵੇਂ ਬਿਜਲੀ ਬਿੱਲ ਵੀ ਸੋਧ ਬਿੱਲ ਵੀ ਆ ਰਿਹਾ ਹੈਗਾ, ਉਹਦੇ ਨਾਲ ਵੀ ਸਾਨੂੰ ਮਾਰ ਪੈਣੀ ਹੈਗੀ ਹੈ। ਪਰ ਕਿਸਾਨ, ਮੈਨੂੰ ਨਹੀਂ ਲੱਗਦਾ ਕਿ ਜਦੋਂ ਕਿਸਾਨ ਨੂੰ ਲੱਗੂਗਾ ਕਿ ਜਦੋਂ ਜਿਵੇਂ ਹੁਣ ਪੈੜੀ ਦਾ ਲਵਾਈ ਦਾ ਸੀਜ਼ਨ ਖਤਮ ਹੋਇਆ ਹੈਗਾ, ਅਤੇ ਜਦੋਂ ਜਿੰਸ ਮੰਡੀਆਂ 'ਚ ਲੈ ਕੇ ਆਊਗਾ, ਜਦੋਂ ਜਿੰਸ ਨਹੀਂ ਵਿਕੂਗੀ, ਫਿਰ ਕਿਸਾਨ ਜਾਗੂਗਾ। ਹਜੇ ਇੱਦਾਂ ਦਾ ਮਾਹੌਲ ਨਹੀਂ ਹੈਗਾ। ਕਿ ਸੰਕੇਤਕ ਤਾਂ ਹੈ ਕਿ ਸੰਘਰਸ਼, ਕਿ ਪੰਜਾਬ ਨੇ ਆਪਦੀ ਹੂਣਤਾ ਸਾਬਤ ਕਰਤੀ ਕਿ ਸਾਨੂੰ ਇਹ ਤੁਹਾਡੇ ਜਿਹੜੇ ਸੈਂਟਰ ਦੇ ਕਾਨੂੰਨ ਨੇ ਉਹ ਸਾਨੂੰ ਪ੍ਰਵਾਨ ਨਹੀਂ। ਪਰ ਉਹਦੇ ਉੱਤੇ ਵੱਡਾ ਕੋਈ ਸੱਟ ਮਾਰਨ ਵਾਲੀ ਗੱਲ ਹੈ ਕਿ ਜਿਹਦੇ ਨਾਲ ਸੈਂਟਰ ਜਾਗੇ ਅਤੇ ਉਹਨੂੰ ਵਾਪਸ ਲੈਣ ਲਈ ਮਜਬੂਰ ਹੋ ਜੇ, ਇਸ ਕਿਸਮ ਦਾ ਮਾਹੌਲ ਅਜੇ ਨਹੀਂ। ਮੈਂ ਇਹ ਜਾਣਨਾ ਚਾਹੁੰਦਾ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕਈ ਕਾਰਨ ਹੋ ਗਏ, ਪਰ ਪਹਿਲਾਂ ਪੰਜਾਬ 'ਚ ਬੜੇ ਸੰਘਰਸ਼ ਹੋਏ ਨੇ, ਲਹਿਰਾਂ ਉੱਠੀਆਂ ਨੇ, ਪੰਜਾਬੀ ਜੋਸ਼ ਖਰੋਸ਼ ਨਾਲ ਹਿੱਸਾ ਲੈਂਦੇ ਰਹੇ ਨੇ। ਕੁਛ ਕਾਰਨ ਤੁਸੀਂ ਦੱਸੇ ਨੇ, ਕੁਛ ਇਸ ਗੱਲ ਦਾ ਹੋਰ ਖੁਲਾਸਾ ਕਰੋ ਵੀ ਕਿਉਂ ਸੁੱਤੇ ਪਏ ਨੇ ਪੰਜਾਬੀ। ਜਿਸ ਤਰ੍ਹਾਂ ਅੰਮ੍ਰਿਤ ਪਹਿਲੇ ਹੀ ਮੈਂ ਤੁਹਾਨੂੰ ਦੱਸਿਆ ਕਿ ਕਈ ਕਾਰਨ ਬਣ ਗਏ ਨੇ, ਜਿਸ ਤਰ੍ਹਾਂ ਦੀ ਸਾਡੀ ਸਿਆਸਤ ਬਣ ਗਈ ਹੈਗੀ ਹੈ। ਸਾਡੀ ਸਿਆਸਤ ਦਾ ਮੂਡ ਲੋਕਾਂ ਨੂੰ ਜਗਾਉਣ ਵਾਲਾ ਨਹੀਂ। ਹੁਣ ਜਿਵੇਂ ਆਰਡੀਨੈਂਸਾਂ ਦੇ ਮੁੱਦੇ 'ਤੇ ਹੀ ਆਪਾਂ ਲੈ ਲਈਏ, ਪੋਲੀਟੀਕਲ ਪਾਰਟੀਆਂ ਕੀ ਕਰਦੀਆਂ ਨੇ। ਹੁਣ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੈ, ਉਹ ਜੋਸ਼-ਹੋਸ਼ ਨੂੰ ਕਹਿੰਦੇ ਕਿ ਸਾਨੂੰ ਜਿਹੜੇ ਆਰਡੀਨੈਂਸ ਪ੍ਰਵਾਨ ਨਹੀਂ। ਪ੍ਰੈਕਟੀਕਲੀ ਕੀ ਕਰਦੇ ਨੇ, ਗਰਾਊਂਡ ਲੈਵਲ 'ਤੇ ਤਾਂ ਕਿਤੇ ਕੁਛ ਨਹੀਂ ਹੋ ਰਿਹਾ। ਪੋਲੀਟੀਕਲ ਪਾਰਟੀਆਂ ਦਾ ਜਿਹੜਾ ਸੋਚ ਹੈ ਉਹ ਹਮੇਸ਼ਾ ਇਹੀ ਰਹੀ ਹੈ ਕਿ ਕਿਸਾਨਾਂ ਦੇ ਵਿੱਚ ਅਸੀਂ ਖੇਤਾਂ ਦੇ ਰਾਖੇ, ਕਿਸਾਨਾਂ ਦੇ ਮੁਦਈ ਤਾਂ ਬਾਹਰੋਂ ਸਾਨੂੰ ਦੇਖਣ ਨੂੰ ਅਸੀਂ ਲੱਗੀਏ ਸਾਰੇ ਆਵਾਮ ਨੂੰ ਕਿ ਅਸੀਂ ਕਿਸਾਨਾਂ ਦੇ ਰਾਖੇ ਹਾਂ। ਉੱਧਰੋਂ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਅਸੀਂ ਅਸਲੀ ਰਾਖੇ ਹਾਂ, ਇਹ ਕਹਿੰਦੇ ਕਿ ਅਸੀਂ ਟਕਸਾਲੀ ਰਾਖੇ ਹਾਂ। ਪਰ ਪ੍ਰੈਕਟੀਕਲੀ ਇਹਨਾਂ ਦੀ ਸਮੱਸਿਆ ਕੀ ਹੈ? ਪੋਲੀਟੀਕਲ ਪਾਰਟੀਆਂ ਇੱਕ ਗੱਲ ਸਮਝਦੀਆਂ ਨੇ ਕਿ ਜੇ ਅਸੀਂ ਲੋਕਾਂ ਨੂੰ ਲਾਮਬੰਦ ਕਰਾਂਗੇ ਇਸ ਇਸ਼ੂ 'ਤੇ, ਸੋ ਸਾਡੀ ਆਪੋਜੀਸ਼ਨ ਹੀ ਹੈ, ਅਕਾਲੀ ਦਲ ਹੈ, ਉਹਨਾਂ ਨੂੰ ਪਤਾ ਹੈ ਕਿ ਜੇ ਲੋਕ ਜਾਗ ਪਏ, ਲਾਮਬੰਦ ਹੋ ਗਏ, ਤਾਂ ਸਾਨੂੰ ਕੱਲ੍ਹ ਨੂੰ ਉਹਨਾਂ ਨੇ ਵੀ ਉਹੀ ਕੁਛ ਕਰਨਾ ਕਿ ਸਾਨੂੰ ਉਹ ਪੁੱਠੇ ਪੈਣਗੇ। ਪੰਜਾਬ ਦੇ ਵਿੱਚ ਤਾਂ ਪੰਜਾਬ ਦਾ ਬੜਾ ਵੱਡਾ ਇਤਿਹਾਸ ਹੈ, ਖਾਸ ਕਰਕੇ ਸੰਘਰਸ਼ਾਂ ਦੇ ਮਾਮਲੇ ਦੇ ਵਿੱਚ। ਗੱਲ ਦੇਖੋ, ਆਜ਼ਾਦੀ ਤੋਂ ਪਹਿਲਾਂ ਜਦੋਂ ਪਗੜੀ ਸੰਭਾਲ ਜੱਟਾ ਮੂਵਮੈਂਟ ਚੱਲੀ ਸੀਗੀ,
ਤਾਂ ਐਡੀ ਵੱਡੀ ਲਹਿਰ ਟੈਕਸਾਂ ਦੇ ਜ਼ਮੀਨ ਪ੍ਰਾਪਤੀ ਦੇ ਖਿਲਾਫ ਖੜੀ ਹੋਈ ਸੀਗੀ, ਜ਼ਮੀਨ ਪ੍ਰਾਪਤੀ ਨੂੰ ਲੈ ਕੇ। ਤਾਂ ਉਦੋਂ ਸਰਦਾਰ ਅਜੀਤ ਸਿੰਘ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸੀ, ਉਹਨਾਂ ਨੇ ਅਗਵਾਈ ਕੀਤੀ। ਬਾਂਕੇ ਦਿਆਲ ਜੀ ਜਿਨ੍ਹਾਂ ਨੇ ਕਵਿਤਾ ਲਿਖੀ ਕਿ ਪਗੜੀ ਸੰਭਾਲ ਜੱਟਾ, ਤਾਂ ਇੱਕ ਕਵਿਤਾ ਨਹੀਂ ਕਿੱਡਾ ਵੱਡਾ ਜੋਸ਼ ਖੜਾ ਕਰ ਦਿੱਤਾ ਸੀ ਉਹਨਾਂ ਨੇ, ਇੱਕ ਪੂਰੀ ਲਹਿਰ ਖੜੀ ਹੋ ਗਈ ਸੀ। ਉਸ ਤੋਂ ਬਾਅਦ 1952 ਦੇ ਆਸ-ਪਾਸ ਜਿਹੜੀ ਖੁਸ਼ਹੈਸੀਅਤ ਮੂਵਮੈਂਟ ਖੜੀ, ਸੰਘਰਸ਼ ਖੜਾ ਹੋਇਆ, ਖਾਸ ਕਰਕੇ ਜੋ ਦੁਆਬ ਨਹਿਰ ਬਣੀ ਹੈ। ਅਤੇ ਦੁਆਬ ਨਹਿਰ ਬਣਨ ਤੋਂ ਬਾਅਦ ਸਰਕਾਰ ਨੇ ਸੋਚਿਆ ਕਿ ਜੀ ਤੁਹਾਡਾ ਤਾਂ ਲਹਿਰਾਂ ਬਹਿਰਾਂ ਕਰਤੀਆਂ ਸੀ, ਅਤੇ ਹੁਣ ਤੁਹਾਡੇ ਇਸ ਖੁਸ਼ੀ ਦੇ ਵਿੱਚ ਅਸੀਂ ਟੈਕਸ ਲਾਵਾਂਗੇ। ਖੁਸ਼ਹੈਸੀਅਤ ਹਰਕ੍ਰਿਸ਼ਨ ਸਰਜੀਤ ਦੀ ਅਗਵਾਈ ਦੇ ਵਿੱਚ ਉਹ 2.5 ਸਾਲ 3 ਸਾਲ ਤਕਰੀਬਨ ਉਹ ਮੋਰਚਾ ਚੱਲਦਾ ਰਿਹਾ। ਇਵੇਂ ਜਿਵੇਂ ਤੁਹਾਡੇ ਸਰ ਛੋਟੂ ਰਾਮ ਦੀ ਅਗਵਾਈ ਦੇ ਵਿੱਚ ਕਿੱਡਾ ਵੱਡਾ ਸੰਘਰਸ਼ ਚੱਲਿਆ, ਅਤੇ ਜਿਹਦੇ ਵਿੱਚ ਆਪਣਾ ਕੁਰਕੀ ਦਾ ਜਿਹੜਾ ਸੀਗਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਹੈ ਉਹ ਕੁਰਕਣੀ ਹੋਏਗੀ, ਉਹ ਕਿੱਡਾ ਵੱਡਾ ਫੈਸਲਾ ਸਰਕਾਰ ਨੂੰ ਲੈਣਾ ਪਿਆ। ਅਤੇ ਲੇਟੈਸਟ ਜੇ ਹੁਣ ਆਪਾਂ ਦੇਖੀਏ ਤਾਂ ਸਾਡੇ ਆਪਾਂ ਬਠਿੰਡਾ ਮਾਨਸਾ ਵੱਲ ਦੇਖੀਏ ਤਾਂ ਉਧਰ ਮੁਜ਼ਾਰਾ ਕੋਲ ਕਿੱਡੀ ਵੱਡੀ ਪੱਧਰ 'ਤੇ ਚੱਲਿਆ ਸੀਗਾ, ਜਿਹਦੇ ਵਿੱਚ ਤੇਜਾ ਸਿੰਘ ਸੁਤੰਤਰ ਜਿਹਦੇ ਸਿਰ 'ਤੇ ਸਰਕਾਰ ਨੇ ਲੱਖ ਰੁਪਏ ਦਾ ਨਾਮ ਰੱਖਿਆ ਹੋਇਆ ਸੀ, ਜਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ, ਉਹਦਾ ਗੜ੍ਹ ਹੈ ਜਿਹੜਾ ਮਾਨਸਾ ਇਲਾਕਾ ਰਿਹਾ। ਬਹੁਤੇ ਹੁਣ ਸਾਨੂੰ ਕਹਿ ਦਿੰਦੇ ਨੇ, ਬਹੁਤੇ ਹਕੂਮਤ ਵੀ ਇਹ ਸੋਚਦੀ ਹੈ ਜਾਂ ਨਵੇਂ ਬੰਦੇ ਜਿਹੜੇ ਉੱਧਰ ਮਾਲਵੇ ਵੱਲ ਕਦੇ ਜਾਂਦੇ, ਪੋਸਟਿੰਗ ਹੁੰਦੀ ਹੈ, ਉਹ ਕਹਿੰਦੇ ਕਿ ਤੁਹਾਡੇ ਬੜੇ ਧਰਨੇ ਮੁਜ਼ਾਹਰੇ ਹੁੰਦੇ ਇਸ, ਕਿਉਂਕਿ ਸਾਡੀ ਉਹ ਫਰਟਾਈਲ ਲੈਂਡ ਹੈ ਜੀ। ਹੁਣ ਸਾਰੇ ਘੋਲ ਉਹਨਾਂ ਏਰੀਆ ਦੇ ਵਿੱਚ ਲੜੇ ਗਏ ਨੇ। ਅਤੇ ਹੁਣ ਜੇ ਆਪਾਂ ਤਾਜ਼ੀ ਗੱਲ ਕਰੀਏ ਤਾਂ ਜਿਹੜੀ ਲੈਂਡ ਐਕੁਜੀਸ਼ਨ ਐਕਟ ਕੇਂਦਰ ਸਰਕਾਰ ਨੂੰ ਬਦਲਣਾ ਪਿਆ, ਉਹਦੇ 'ਚ ਪਹਿਲ ਕਿਹਨੇ ਕੀਤੀ? ਪੰਜਾਬ ਨੇ ਕੀਤੀ। ਤੁਹਾਡੇ ਯਾਦ ਹੋਏਗਾ ਜਦੋਂ ਬਰਨਾਲੇ 'ਚ ਟਰਾਈਡੈਂਟ ਵਾਲਾ ਇਸ਼ੂ ਚੱਲਿਆ, ਉਸ ਤੋਂ ਬਾਅਦ ਮਾਨਸਾ ਵਿੱਚ ਗੋਬਿੰਦਪੁਰੇ ਵਾਲਾ ਚੱਲਿਆ, ਤਾਂ ਉਹਦੇ ਨਾਲ ਬਹੁਤ ਵੱਡੀ ਜਾਗਰਤੀ ਲੈ ਰਹੇ। ਇਵੇਂ ਜਿਵੇਂ ਕਰਜ਼ਾ ਮਾਫੀ ਵਾਲੀ ਹੋਰ ਸੂਬਿਆਂ ਦੇ ਵਿੱਚ ਵੀ ਚੱਲਿਆ, ਸਾਡੇ ਵੀ ਕਰਜ਼ਾ ਮਾਫੀ ਲਈ ਚੰਗਾ ਕਈ ਕਿਸਾਨ ਧਿਰਾਂ ਨੇ ਇਕੱਠੇ ਹੋ ਕੇ ਲੜਾਈ ਲੜੀ ਹੈਗੀ ਹੈ। ਮਜ਼ਦੂਰ ਧਿਰਾਂ ਉਹ ਵੀ ਨੇ, ਜ਼ਮੀਨ ਸੰਘਰਸ਼ ਪ੍ਰਾਪਤੀ ਦਾ ਅੰਦੋਲਨ ਚੱਲਿਆ ਹੈਗਾ। ਅਤੇ ਸਾਡੀਆਂ ਸਰਕਾਰਾਂ ਤਾਂ ਅੰਦੋਲਨ ਤਾਂ ਬਹੁਤ ਖੜੇ ਹੋਏ, ਲੋਕ ਜਾਗਰੂਕ ਵੀ ਹੈਗੇ ਨੇ, ਪਰ ਸਾਡਾ ਜਿਹੜਾ ਪੋਲੀਟੀਕਲ ਸਿਸਟਮ ਹੈਗਾ ਇਹਨਾਂ ਨੂੰ ਇਹ ਗੱਲ ਰਾਸ ਨਹੀਂ ਆਉਂਦੀ ਕਿ ਲੋਕ ਜਾਗਣ। ਉਹ ਚਾਹੁੰਦੇ ਨੇ ਕਿ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੁੱਤੇ ਰਹਿਣ। ਅਤੇ ਹੁਣ ਵੀ ਜਦੋਂ ਕਰੋਨਾ ਵਾਲਾ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਸਰਕਾਰ ਦੀ ਦੇਖੋ ਇੱਕ ਨੀਤੀ ਦੇਖੋ ਆਪਣਾ ਅੰਮ੍ਰਿਤ, ਕਿ ਤੁਸੀਂ ਇਕੱਠੇ ਨਹੀਂ ਹੋ ਸਕਦੇ ਜੀ, ਤੁਹਾਡੇ 'ਤੇ ਪਾਬੰਦੀ ਹੈ। ਲੰਬੀ ਦੇ ਵਿੱਚ ਕਿਸਾਨ ਨੇ ਆਪਦਾ ਵਿਖਾਵਾ ਕੀਤਾ ਜੀ, ਉਹਨਾਂ 'ਤੇ ਪੁਲਿਸ ਕੇਸ ਦਰਜ ਹੋਏ ਜੀ। ਸੰਗਰੂਰ ਦੇ ਵਿੱਚ ਕੱਲ੍ਹ ਪੁਲਿਸ ਕੇਸ ਦਰਜ ਹੋਏ, ਨਵਾਂ ਸ਼ਹਿਰ ਦੇ ਵਿੱਚ ਪਰਚੇ ਦਰਜ ਹੋਏ, ਕਿਸਾਨਾਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਨੇ। ਉਸ ਤੋਂ ਪਹਿਲਾਂ ਹੋਰ ਕੀ ਨਹੀਂ ਹੋ ਰਿਹਾ? ਸਾਡੇ ਠੇਕਿਆਂ ਨੂੰ ਖੁੱਲ੍ਹਾ ਕਿ ਸ਼ਰਾਬ ਦੇ ਠੇਕੇ ਖੋਲ੍ਹਣ, ਉੱਥੇ ਲੋਕ ਵੀ ਇਕੱਠੇ ਹੁੰਦੇ ਨੇ, ਕਈ ਥਾਵਾਂ ਤਾਂ ਹਾਤੇ ਵੀ ਖੁੱਲ੍ਹਦੇ ਨੇ ਅਤੇ ਲੋਕ ਜੁੜਦੇ ਨੇ। ਸਾਡੀਆਂ ਬੱਸਾਂ ਨੂੰ ਖੁੱਲ੍ਹਾ, ਬੱਸਾਂ ਦੇ ਵਿੱਚ 45 ਸੀਟਾਂ, ਸਵਾਰੀਆਂ 70 ਜਾਂਦੀਆਂ ਨੇ। ਈਵਨ ਉੱਥੇ ਜਿਹੜੇ ਬੈਗ ਹੈ ਉਹ ਵੀ ਵਿਚਾਲੇ ਵਿੱਚ ਚੜ ਕੇ ਮੰਗਦੇ ਨੇ ਹੱਥ ਲਾ ਲਾ ਕੇ, ਉਹ ਖੁੱਲ੍ਹਾ। ਅਤੇ ਰਹਿੰਦੀ ਖੂੰਹਦੀ ਕਸਰ ਜਿਹੜੀ ਹੈਗੀ ਆ, ਹੁਣ ਸਰਕਾਰ ਨੇ ਕਹਿਤਾ ਕਿ ਤੁਸੀਂ ਫਿਲਮਾਂ ਵੀ ਬਣਾ ਲਓ ਜੀ, ਸ਼ੂਟਿੰਗ ਕਰਨ ਦੀ ਖੁੱਲ੍ਹਾ। ਤੁਸੀਂ ਸੁਣਿਆ ਕਿਤੇ ਕਿ ਕਿਸੇ ਫਿਲਮ ਵਾਲੇ 'ਤੇ ਕਿਸੇ 'ਤੇ ਹੋਰ ਪਰਚਾ ਹੋਵੇ? ਸਭ ਤੋਂ ਪਹਿਲ ਨਾਲ ਕਿਸਾਨਾਂ 'ਤੇ ਕੀਤਾ, ਕਿਉਂਕਿ ਇਹਦੇ ਇਸ ਤਰ੍ਹਾਂ ਦਾ ਇਹ ਲੱਗਦਾ ਕਿ ਜੇ ਕੇਂਦਰ ਨੇ ਆਰਡੀਨੈਂਸ ਲਿਆਂਦੇ ਨੇ ਉਹ ਇਸ ਰੂਪ 'ਚ ਲਾਗੂ ਕਰ ਰਹੇ ਨੇ, ਤਾਂ ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਇੱਕ ਵੱਡਾ ਯੋਗਦਾਨ ਇਹ ਧਾਰਾ 144 ਲਾ ਕੇ ਇਹ ਵੀ ਕਰ ਰਹੇ ਨੇ। ਅਤੇ ਮੈਂ ਬਸ ਸਾਡਾ ਸਮਾਂ ਵੀ ਸਮਾਪਤ ਹੋ ਰਿਹਾ। ਇੱਕ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ, ਸਰਕਾਰਾਂ ਦੀ ਨੀਅਤ ਸਾਫ਼ ਨਹੀਂ, ਲੋਕ ਜਾਗਰੂਕ ਨਹੀਂ ਹੋ ਰਹੇ, ਤਾਂ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦੇ ਸੰਘਰਸ਼ ਦੀ ਲੋੜ ਆ? ਪਹਿਲਾਂ ਤਾਂ ਇਹ ਹੈ ਕਿ ਸਾਨੂੰ ਇਹ ਸੰਘਰਸ਼ ਹੈ ਕਿ ਗ੍ਰਾਸ ਰੂਟ 'ਤੇ ਲੈ ਕੇ ਜਾਣਾ ਪਏਗਾ। ਇੱਕ ਸਮੱਸਿਆ ਕੀ ਆਈ ਨਾ, ਇੱਕ ਤਾਂ ਲੀਡਰਸ਼ਿਪ ਦੀ ਵੱਡੀ ਸਮੱਸਿਆ, ਦੂਸਰੀ ਸਮੱਸਿਆ ਹੈਗੀ ਕ੍ਰੈਡੀਬਿਲਿਟੀ ਦੀ। ਹੁਣ ਸਾਡੀਆਂ ਕਿਸਾਨ ਧਿਰਾਂ ਨਾਲ, ਮਜ਼ਦੂਰ ਧਿਰਾਂ ਨਾਲ ਜਿਹੜੇ ਲੋਕ ਜੁੜੇ ਨੇ, ਇੱਕ ਉਹਨਾਂ ਦਾ ਸਪੈਸੀਫਿਕ ਕੱਢ ਰਹੇਗਾ। ਹਜੇ ਆਮ ਕਿਸਾਨੀ ਪਿੰਡਾਂ ਦੇ ਵਿੱਚੋਂ ਨਹੀਂ ਉੱਠੀ, ਪਰ ਸਾਨੂੰ ਫਿਰ ਵੀ ਇਹ ਜਿੰਨਾ ਹੈ ਇਹ ਧਰਵਾਸ ਦੇਣ ਵਾਲਾ ਹੈਗਾ, ਪਰ ਇਹਦੇ ਵਿੱਚ ਹੋਰ ਵੀ ਮਿਹਨਤ ਕਰਨ ਦੀ ਲੋੜ ਹੈ। ਲੋਕਾਂ ਦਾ ਇੱਕ ਭਰੋਸਾ ਬਣਨ ਦੀ ਲੋੜ ਹੈ, ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਤੁਹਾਡੇ 'ਤੇ ਜਿਹੜੀ ਤੁਸੀਂ ਅੱਜ ਤੋਂ ਸਾਲ ਬਾਅਦ ਜਾਗਣਾ ਹੈ, 6 ਮਹੀਨਿਆਂ ਬਾਅਦ ਤੁਹਾਨੂੰ ਪਤਾ ਲੱਗਣਾ ਹੈ ਕਿ ਜੋ ਤੁਹਾਡੀ ਜਿੰਸ ਨਾ ਖਰੀਦੀ ਗਈ, ਤਾਂ ਉਹਨਾਂ ਨੂੰ ਗ੍ਰਾਸ ਰੂਟ 'ਤੇ ਗਰਾਊਂਡ 'ਤੇ ਜਾ ਕੇ ਲਾਮਬੰਦ ਕਰਨ ਦੀ ਲੋੜ ਹੈਗੀ ਆ। ਉਸ ਤੋਂ ਇਹ ਇਲਾਵਾ ਅੰਮ੍ਰਿਤ, ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਚਾਹਾਂਗਾ। ਉਹਦੀ ਇੱਕ ਮੇਰੇ ਦੋਸਤ ਮਿੱਤਰ ਨੇ ਮੈਨੂੰ ਦੱਸੀ ਬੜੀ ਇੰਟਰਸਟਿੰਗ ਗੱਲ। ਉਹ ਕਹਿੰਦਾ ਕਿ ਜੀ ਜਦੋਂ ਵੀ ਚੋਣਾਂ ਆਉਂਦੀਆਂ ਨੇ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਚੰਦਾ ਦਿੰਦੇ ਹਾਂ, ਸਾਡਾ ਇੱਕ ਪੈਮਾਨਾ। ਉਹ ਕਹਿੰਦਾ ਸਾਡਾ ਪੈਮਾਨਾ ਨਹੀਂ, ਬਹੁਤ ਸਾਰੇ ਵਪਾਰੀ ਲੋਕਾਂ ਦਾ, ਬਹੁਤ ਸਾਰੇ ਹੋਰ ਲੋਕਾਂ ਦਾ ਪੈਮਾਨਾ ਹੈਗਾ ਕਿ ਜਿਹੜੀ ਰੂਲਿੰਗ ਪਾਰਟੀ ਸਾਨੂੰ ਲੱਗਦਾ ਕਿ ਇਸ ਪਾਰਟੀ ਦੀ ਸਰਕਾਰ ਬਣ ਜਾਣੀ ਹੈ, ਉਹਨੂੰ ਅਸੀਂ ਸਪੈਸੀਫਿਕ 5 ਲੱਖ ਰੁਪਏ ਦਾ ਫੰਡ ਦਿੰਦੇ ਹਾਂ। ਜਿਹੜੀ ਆਪੋਜੀਸ਼ਨ ਨੂੰ ਲੱਗਦਾ ਕਿ ਆਪੋਜੀਸ਼ਨ 'ਚ ਆਊ, ਉਹਨੂੰ ਅਸੀਂ 2 ਲੱਖ ਰੁਪਏ ਦਾ ਫੰਡ ਦਿੰਦੇ ਹਾਂ। ਅਤੇ ਤੀਸਰੀ ਧਿਰ ਜਿਹੜੀ ਹੁੰਦੀ ਹੈ, ਜਿਵੇਂ ਪੁਰਾਣੇ ਜ਼ਮਾਨੇ 'ਚ ਕਹਿੰਦੇ ਕਿ ਕਾਮਰੇਡ ਨੇ,
ਉਹ ਕਹਿੰਦੇ ਅਸੀਂ ਕਾਮਰੇਡਾਂ ਨੂੰ ਅਸੀਂ ਲੱਖ ਰੁਪਏ ਦਾ ਫੰਡ ਦਿੰਦੇ ਆ। ਤੇ ਮੈਂ ਸੋਚਿਆ ਕਿ ਉਹ ਤਾਂ ਸਮਝ ਪੈਂਦੀ ਹੈ ਕਿ ਉਹ ਹਾਕਮ ਧਿਰ ਨੂੰ ਤੁਸੀਂ ਦਿੰਦੇ ਹੋ, ਤੇ ਸਾਰਿਆਂ ਨੂੰ ਕਿਉਂ ਵੰਡ ਵਡੇਰਾ ਕਰਦੇ ਹੋ? ਉਹ ਕਹਿੰਦੇ ਜੀ ਹਾਕਮ ਧਿਰ ਤੋਂ ਤਾਂ ਅਸੀਂ ਕੰਮ ਲੈਣੇ ਹੁੰਦੇ ਨੇ, ਅਸੀਂ ਤਾਂ ਦੇ ਦਿੰਦੇ ਆ। ਆਪੋਜੀਸ਼ਨ ਤੋਂ ਕਈ ਵਾਰੀ ਵਿਧਾਨ ਸਭਾ 'ਚ ਕੁਝ ਬੁਲਾਉਣਾ ਹੁੰਦਾ ਹੈ, ਅਸੀਂ ਤਾਂ ਦੇ ਦਿੰਦੇ ਆ। ਕਾਮਰੇਡਾਂ ਨੂੰ ਅਸੀਂ ਇਸ ਕਰਕੇ ਦਿੰਦੇ ਹਾਂ ਕਿ ਕਦੇ ਨਾਅਰੇ ਲਵਾਉਣੇ ਪੈ ਸਕਦੇ ਨੇ, ਕਦੇ ਮੁਜ਼ਾਹਰਾ ਕਰਾਉਣਾ ਪੈ ਸਕਦਾ ਹੈ। ਪਰ ਜਦੋਂ ਇਹ ਲੋਕ ਚੰਦਾ ਦੇਣ ਦੀ ਥਾਂ, ਇਹ ਚੰਦਾ ਦੇਣ ਦੀ ਥਾਂ ਆਪਣਾ ਸਮਾਂ ਇਹਨਾਂ ਸੰਘਰਸ਼ਾਂ ਨੂੰ, ਜਿਹੜੇ ਸੰਘਰਸ਼ਾਂ ਦੇ ਵਿੱਚ ਕੁੱਦੀਆਂ ਹੋਈਆਂ ਜਥੇਬੰਦੀਆਂ, ਇਹਨਾਂ ਨਾਲ ਬਿਤਾਉਣਾ ਸ਼ੁਰੂ ਕਰ ਦੇਣਗੇ, ਤਾਂ ਉਹਨਾਂ ਨੂੰ ਫਿਰ ਕਦੇ 5 ਲੱਖ ਰੂਲਿੰਗ ਨੂੰ ਦੇਣ ਦੀ ਵੀ ਲੋੜ ਨਹੀਂ ਪੈਣੀ ਤੇ 2 ਲੱਖ ਆਪੋਜੀਸ਼ਨ ਨੂੰ ਦੇਣ ਦੀ ਵੀ ਲੋੜ ਨਹੀਂ ਪੈਣੀ। ਤਾਂ ਮੇਰਾ ਤਾਂ ਇਹੀ ਸੁਝਾਅ ਹੈ ਜੀ। ਸਾਡੀ ਅੱਜ ਦੀ ਵਿਚਾਰ ਚਰਚਾ ਇਸ ਸਿੱਟੇ 'ਤੇ ਪਹੁੰਚਦੀ ਹੈ ਕਿ ਕੁਝ ਸਿਆਸੀ ਪਾਰਟੀਆਂ, ਕੁਝ ਵਪਾਰੀ ਆਪੋ ਆਪਣੇ ਮਫਾਦ ਲਈ ਕਿਸਾਨਾਂ ਨੂੰ, ਆਮ ਲੋਕਾਂ ਨੂੰ, ਮਜ਼ਦੂਰਾਂ ਨੂੰ ਆਪਦੇ ਫਾਇਦੇ ਵਾਸਤੇ ਗੁੰਮਰਾਹ ਕਰਦੇ ਨੇ। ਸਿਆਸੀ ਪਾਰਟੀਆਂ ਤਾਂ ਖਾਸ ਕਰਕੇ ਸਿਰਫ ਉਹਨਾਂ ਨੂੰ ਵੋਟ ਬੈਂਕ ਸਮਝਦੀਆਂ। ਇਸ ਕਰਕੇ ਲੋਕਾਂ ਨੂੰ ਇਹ ਸੱਚ ਸਮਝਣਾ ਹੋਵੇਗਾ, ਜਾਗਰੂਕ ਹੋਣਾ ਪਵੇਗਾ, ਆਪਣੇ ਹੱਕ ਲੈਣ ਲਈ ਆਪ ਹੀ ਹੰਬਲਾ ਮਾਰਨਾ ਪਵੇਗਾ। ਇਸ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ।